ਟਰੱਕਿੰਗ ਵੱਲ ਚੱਲੀਏ ਰਮਨ ਜੀ ਜੀ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰਦੇ ਜਾਈਏ, ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਇੱਕ ਡਿਸਕਸ ਕੀਤਾ ਸੀ ਵੀ ਟੈਕਸਸ ਦੀ ਕੰਪਨੀ JPL ਲੌਜਿਸਟਿਕ ਕਰਕੇ FMCSA ਨੇ ਬੰਦ ਕੀਤੀ ਸੀ ਕਿਉਂਕਿ ਇੰਨੀਆਂ ਜ਼ਿਆਦਾ ਵਾਇਲੇਸ਼ਨਸ ਕੀਤੀਆਂ ਸੀਆਂ। ਸੋ ਇਸ ਗੁਜਰਾਤੀ ਮੂਲ ਦੇ CEO ਨੇ ਉਹ ਸੇਮ ਕੰਪਨੀ ਹੋਰ ਕਿਸੇ ਨਾਮ ਦੇ ਉੱਤੇ ਸ਼ੁਰੂ ਕਰ ਦਿੱਤੀ ਤੇ ਹੁਣ ਦੁਬਾਰਾ ਕੀ ਫਿਰ FMCSA ਨੇ ਉਸ ਕੰਪਨੀ ਨੂੰ ਆਰਡਰ ਕੀਤਾ ਆ ਬੰਦ ਕਰਨ ਦੇ ਲਈ। ਸੋ ਇਹ ਦੇਖੋ ਵੀ ਹਜੇ ਕੁਛ ਹਫ਼ਤੇ ਪਹਿਲਾਂ ਬੰਦ ਕੀਤੀ ਸੀ ਤੇ ਉਹ ਤੋਂ ਬਾਅਦ ਮਈ 2022 ਚ ਬੰਦ ਕੀਤੀ ਸੀ ਤੇ ਹੁਣ ਦੁਬਾਰਾ ਕੀ ਫੇਰ ਉਸਨੇ ਡਿਫਰੈਂਟ ਨਾਂ ਦੇ ਅੰਡਰ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਸੀ। ਬਿਲਕੁਲ ਜੀ ਬਿਲਕੁਲ। ਹਰਜੋਤ ਭਾਜੀ ਇਹ ਚੀਜ਼ ਆਪਣੇ ਇਕੱਲੇ ਗੁਜਰਾਤੀ ਉਹਨਾਂ ਦੇ ਵਿੱਚ ਨਹੀਂ, ਪੰਜਾਬੀਆਂ 'ਚ ਤੇ ਦੂਜਿਆਂ 'ਚ ਵੀ ਇਹ ਗੱਲਾਂ ਹੈਗੀਆਂ। ਜਿੰਨੇ ਵੀ ਬੰਦੇ ਇਹ ਚੀਜ਼ਾਂ ਸ਼ੁਰੂ ਕਰਦੇ ਇੱਦਾਂ ਪ੍ਰੋਬਲਮਾਂ ਪੈਂਦੀਆਂ, ਉਹ ਫਿਰ ਭੱਜ ਕੇ ਦੂਜੀ ਕੰਪਨੀ ਜਿਹੜੀ ਖੋਲ੍ਹਣ ਦੀ ਕੋਸ਼ਿਸ਼ ਕਰ ਲੈਂਦੇ ਆ ਕਿਉਂਕਿ ਇਕੁਇਪਮੈਂਟ ਉਹਨਾਂ ਦਾ ਹੁੰਦਾ, ਸਾਰਾ ਕੁਛ ਉਹਨਾਂ ਦਾ ਕੋਲ ਹੁੰਦਾ ਆ। ਸੋ ਕਰ ਤਾਂ ਕੁਛ ਸਕਦੇ ਨਹੀਂ ਉਹਨੂੰ, ਹੁਣ ਇੰਨੀ ਜਲਦੀ ਵਿਕ ਨਹੀਂ ਸਕਦਾ, ਇੰਨੀ ਜਲਦੀ ਕੁਛ ਨਹੀਂ ਹੋ ਸਕਦਾ। ਸੋ ਬੇਸਿਕਲੀ ਤਾਂ ਜੇ ਇੱਦਾਂ ਦਾ ਮਾਹੌਲ ਆ ਜਾਂਦਾ ਤਾਂ ਸਿੱਧਾ ਬੈਂਕਰਪਸੀ ਦਾ ਰਾਊਟ ਹੈਗਾ ਆ, ਜੇ ਤੁਹਾਡੇ ਕੋਲ ਇਕੁਇਪਮੈਂਟ ਜ਼ਿਆਦਾ ਆ, ਕਿਉਂਕਿ ਇਕੁਇਪਮੈਂਟ ਇੰਨੀ ਜਲਦੀ ਟ੍ਰਾਂਸਫਰ ਵੀ ਨਹੀਂ ਹੁੰਦਾ ਦੂਜੀ ਕੰਪਨੀ 'ਤੇ। ਆਪਣੀ ਇੱਕ ਕੰਪਨੀ ਜਿਹੜੀ ਆ ਮੇਰੇ ਖਿਆਲ 2 ਸਾਲ ਹੋ ਗਿਆ, ਆਈ ਥਿੰਕ 19 ਦੀ ਗੱਲ ਹੈਗੀ ਆ, ਉਹ ਜਾਰਜੀਆ ਦੇ ਵਿੱਚ ਇੱਦਾਂ ਹੀ ਬੰਦ ਕੀਤੀ ਸੀ। ਆਲਮੋਸਟ ਉਹਦੇ 40 ਦੇ ਕਰੀਬ ਟਰੱਕ ਸੀ ਆਪਣੇ ਪੰਜਾਬੀਆਂ ਦੀ ਸੀ। ਸੋ ਉਹ ਜਿਹੜੀ ਕੰਪਨੀ ਸੀਗੀ ਉਹਦੇ ਵਿੱਚ ਉਹਨਾਂ ਨੂੰ ਬਹੁਤ ਔਖਾ ਹੋ ਗਿਆ ਸੀਗਾ ਸਾਰਾ ਕੁਛ ਟ੍ਰਾਂਸਫਰ ਕਰਨਾ, ਇੱਧਰ ਉੱਧਰ ਕਰਨਾ, ਕਿਉਂਕਿ ਜਿਹੜਾ ਮੌਕੇ 'ਤੇ ਮੁੜ ਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰਨੀ ਹੁੰਦੀਆਂ। ਸੋ ਬਿਹਤਰੀ ਇਸੇ 'ਚ ਹੀ ਹੈ ਕਿ ਗਲਤ ਕੰਮ ਨਾ ਕੀਤਾ ਜਾਵੇ, ਅਤੇ ਜੇ ਗਲਤ ਕੰਮ ਹੋ ਵੀ ਜਾਂਦਾ ਆ ਅਤੇ ਜਿਹੜੀ FMCSA ਆ ਜਾਂ DOT ਆ, ਉਹ ਤੁਹਾਨੂੰ ਉਸ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਦਿੰਦੀ ਹੈ, ਟਾਈਮ ਦਿੰਦੀ ਹੈ। 60 ਡੇਜ਼ 90 ਡੇਜ਼ ਤੁਹਾਨੂੰ ਟਾਈਮ ਦਿੱਤਾ ਜਾਂਦਾ। ਜੇ ਤੁਸੀਂ ਉਹਦੇ ਵਿੱਚ ਜਿਹੜੀ ਆਪਣੀ ਪਲਾਨ ਦਿੱਤੀ ਹੈ ਉਹਨਾਂ ਨੂੰ ਕਿ ਮੈਂ ਆਪਣੇ ਸੁਧਾਰ ਦੀ ਪਲਾਨ ਹੈ, ਮੇਰੀ ਮਨਸ਼ਾ ਆ, ਮੈਂ ਆਪਣੇ ਆਪ ਦਾ ਸੁਧਾਰ ਕਰਨਾ ਚਾਹੁੰਦਾ ਹਾਂ, ਤੁਸੀਂ ਸਬਮਿਟ ਕਰਦੇ ਆ, ਰਿਟਨ ਪਲਾਨ ਸਬਮਿਟ ਕਰਦੇ ਆ, ਪਰ ਡੈਫੀਨੇਟਲੀ ਉਹ ਰਿਟਨ ਪਲਾਨ ਦੇ ਉੱਤੇ ਜਿਹੜਾ ਆ ਉਹ FMCSA ਜਾਂ DOT ਜਿਹੜੀ ਆ ਉਹ ਕਿਹੜੀ ਨਜ਼ਰ ਰੱਖਦੇ ਆ, ਬਟ ਟਾਈਮ ਟੂ ਟਾਈਮ ਚੈੱਕ ਕਰਦੇ ਆ ਕਿ ਤੁਸੀਂ ਉਹ ਪਲਾਨ ਦੇ ਉੱਤੇ ਚੱਲ ਰਹੇ ਕਿ ਨਹੀਂ ਚੱਲ ਰਹੇ। ਜੇ ਤੁਸੀਂ ਉਸ ਪਲਾਨ ਦੇ ਉੱਤੇ ਚੱਲਦੇ ਆਪਣੀ ਗਲਤੀ ਸੁਧਾਰਦੇ ਆ ਅਤੇ ਉਹ ਸੁਧਰ ਸਕਦੀ ਹੈ, ਹੋ ਸਕਦਾ ਠੀਕ ਹੋ ਸਕਦਾ ਹੈ। ਪਰ ਇਹ ਨਹੀਂ ਹੈਗਾ ਕਿ ਤੁਸੀਂ ਜਲਦੀ ਦੇ ਨਾਲ ਇਹ ਬੜਾ ਹਰਜੋਤ ਭਾਜੀ ਰਾਜ ਬਹੁਤ ਜ਼ਿਆਦਾ ਨਾ ਇਹ ਹੈਗਾ ਇੱਦਾਂ ਦਾ ਵਿਚਾਰ ਵੀ ਫਟਾਫਟ ਕੰਪਨੀ ਦੂਜੀ ਖੋਲ ਲਓ, ਕੰਪਨੀ ਦੂਜੀ ਖੋਲ ਕੇ ਆਪਾਂ ਦੂਜੇ ਬੰਨੇ ਕਰ ਲਾਂਗੇ ਸਾਰਾ ਕੁਛ, ਕੋਈ ਗੱਲ ਨਹੀਂ। ਅਤੇ ਇਹਨਾਂ ਚੱਕਰਾਂ ਦੇ ਵਿੱਚ ਹੀ ਹਰਜੋਤ ਭਾਜੀ ਅਤੇ ਰਾਜ ਮੁੜ ਕੇ ਪ੍ਰੋਬਲਮਾਂ ਹੀ ਆਉਂਦੀਆਂ ਕਿ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕਾਂਟਰੈਕਟ ਹੋ ਜਾਂਦੇ ਆ ਵੀ ਆਪਾਂ ਕਿਸੇ ਹੋਰ ਦੇ ਨਾਂ 'ਤੇ ਕੰਪਨੀ ਖੋਲ ਦਿੰਦੇ ਹਾਂ, ਆਹ ਕਰ ਦਿੰਦੇ ਹਾਂ, ਉਹ ਕਰ ਦਿੰਦੇ ਹਾਂ। ਉਹਦੇ ਵਿੱਚ ਫਿਰ ਅਗਲਾ ਲੁੱਟਾਂ ਖੋਹਾਂ 'ਤੇ ਕੰਮ ਹੋ ਜਾਂਦਾ ਵੀ ਜਿਹਦੇ ਨਾਂ 'ਤੇ ਹੋ ਜਾਂਦਾ ਉਹ ਫਿਰ ਸਾਰਾ ਕੁਛ ਹੀ ਲੈ ਜਾਂਦਾ। ਕੱਲ੍ਹ ਵੀ ਇੱਕ ਕਾਲ ਆਈ ਸੀ ਇੱਦਾਂ ਹੀ ਬਈ ਗੜਬੜੀ ਦੇ ਪਿੱਛੇ ਉਹਨਾਂ ਨੇ ਕੰਪਨੀ ਉਹਦੇ ਨਾਂ 'ਤੇ ਕਰਤੀ, ਟਰੱਕ ਉਹਦੇ ਨਾਂ 'ਤੇ ਕਰਤੇ, ਅਤੇ ਹੁਣ ਉਹ ਭੱਜੇ ਫਿਰਦੇ ਆ, ਲੱਭਦੇ ਫਿਰਦੇ ਆ, ਅਤੇ ਨਾ ਉਹਨੂੰ ਕੋਈ ਥੋ ਪੱਲਾ ਮਿਲਦਾ ਅਤੇ ਨਾ ਹੀ ਉਹਨੂੰ ਕੋਈ ਬੈਕਅਪ ਮਿਲਦਾ ਵੀ ਕਿੱਥੋਂ ਕੀ ਲੱਭਾਂ ਮੈਂ ਅਤੇ ਕੀ ਕਰਾਂ। ਸੋ ਇਹ ਪ੍ਰੋਬਲਮਾਂ ਜਿਹੜੀਆਂ ਨਾ ਇਹ ਆਪਾਂ ਹੀ ਸੇੜਦੇ ਹਾਂ, ਆਪਾਂ ਹੀ ਆਪਣੇ ਲਈ ਖੜੀਆਂ ਕਰਦੇ ਹਾਂ। ਜਦੋਂ ਅਸੀਂ ਸਿਸਟਮ ਨੂੰ ਡੋਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਅਤੇ ਉਹ ਅਲਟੀਮੇਟਲੀ ਕਿਤੇ ਨਾ ਕਿਤੇ ਅਸੀਂ ਪੇ ਆਫ ਕਰ ਦਿੰਦੇ ਹਾਂ। ਜੀ ਸੋ ਦੇਖੋ FMCSA ਨੇ ਇਹ ਕਿਹਾ ਸੀ ਵੀ ਇਹ ਕੰਪਨੀ ਇਮੀਨੈਂਟ ਹੈਜ਼ਰਡ ਆ, ਵੀ ਬਹੁਤ ਖਤਰਾ ਆ ਪਬਲਿਕ ਦੇ ਲਈ, ਕਿਉਂਕਿ ਇੰਨੀਆਂ ਜ਼ਿਆਦਾ ਵਾਇਲੇਸ਼ਨਸ ਜੈਪੁਰ ਲੌਜਿਸਟਿਕ ਦੀਆਂ ਮਈ 7 ਨੂੰ ਉਹਨਾਂ ਨੇ ਇਹਨਾਂ ਨੂੰ ਸ਼ਟ ਡਾਊਨ ਨੂੰ ਕਿਹਾ ਸੀ। ਉਹਦੇ 'ਚ ਉਹਨਾਂ ਨੇ ਕੰਟਰੋਲ ਸਬਸਟੈਂਸ ਯੂਜ਼, ਅਲਕੋਹਲ ਯੂਜ਼ ਅਤੇ ਟੈਸਟਿੰਗ ਦੀ ਵਾਇਲੇਸ਼ਨ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਟੈਂਡਰਡ ਦੀ ਵਾਇਲੇਸ਼ਨ, ਡਰਾਈਵਰ ਕੁਆਲੀਫਿਕੇਸ਼ਨ, ਅਨਸੇਫ ਡਰਾਈਵਿੰਗ, ਆਵਰ ਆਫ ਸਰਵਿਸ ਡਰਾਈਵਿੰਗ, ਵਹੀਕਲ ਇੰਸਪੈਕਸ਼ਨ, ਰਿਪੇਅਰ, ਮੇਨਟੇਨੈਂਸ, ਇੰਨੀਆਂ ਜ਼ਿਆਦਾ ਵਾਇਲੇਸ਼ਨ ਸੀਆਂ। ਮਈ 7 ਨੂੰ ਉਹਨਾਂ ਨੇ ਕੰਪਨੀ ਬੰਦ ਕੀਤੀ ਹੈ ਤੇ ਮੁੜ ਕੇ ਫਿਰ ਮਈ 31 ਨੂੰ ਉਹਨਾਂ ਨੇ ਨਵੀਂ ਕੰਪਨੀ JPL ਲੌਜਿਸਟਿਕ LLC ਦੇ ਅੰਡਰ ਸ਼ੁਰੂ ਕਰ ਦਿੱਤੀ। ਸੋ FMCSA ਨੇ ਹੁਣ ਦੁਬਾਰਾ ਕੀ ਫਿਰ ਇਹ ਕੰਪਨੀ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਸੇਮ ਓਨਰਸ ਆ, ਸਾਰਾ ਕੁਛ ਸੇਮ ਹੈਗਾ, ਇਹ ਏਦਾਂ ਨਹੀਂ ਹੋ ਸਕਦਾ ਹੈਗਾ ਵੀ ਤੁਸੀਂ ਜੀ ਇੱਕ ਬੰਦ ਹੋ ਗਿਆ ਤੇ ਦੂਜਾ ਜਿਹੜਾ ਜਾ ਕੇ ਖੋਲ ਦੋ। ਅੱਜ ਕੱਲ੍ਹ ਹਰਜੋਤ ਭਾਜੀ ਅੱਜ ਕੱਲ੍ਹ ਜਿਹੜਾ ਤੁਹਾਡੇ ਟਰੱਕਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਨਾ ਉਹ ਅਟੈਚ ਹੋ ਜਾਂਦੀ ਹੈ ਕੰਪਨੀ ਨਾਲ। ਸੋ ਤੁਸੀਂ ਉਹ ਟਰੱਕ ਕਿਤੇ ਵੀ ਜਾ ਕੇ ਦੂਜੀ ਕੰਪਨੀ 'ਚ ਰਜਿਸਟਰ ਕਰਦੇ ਆ ਨਾ ਅਤੇ ਉਹ ਉੱਥੇ ਉਹ ਟਰੱਕ ਤੇ ਜਾਂਦੇ ਆ। ਸੋ ਇਸ ਕਰਕੇ ਤੁਸੀਂ ਨਵੀਂ ਕੰਪਨੀ ਅੱਜ ਕੱਲ੍ਹ ਇਹਨਾਂ ਨੇ ਔਖਾ ਕਰਤਾ, ਜੇ ਇੱਦਾਂ ਦੀ ਕੋਈ ਚੀਜ਼ ਹੋਈ ਹੈ ਜਿੱਥੇ ਤੁਹਾਨੂੰ ਬੰਦ ਕੀਤਾ ਆ, ਉਹ ਜਿਹੜੇ ਟਰੱਕ ਤੁਹਾਡੀ ਕੰਪਨੀ ਥੱਲੇ ਚੱਲਦੇ ਆ ਉਹ ਉਹਨਾਂ ਦੇ ਵਿਨ ਨੰਬਰ ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਅਟੈਚ ਹੋ ਜਾਂਦੀ ਆ। ਉਹ ਸਿਵਾਏ ਵੇਚਣ ਤੋਂ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਉਹਨੂੰ। ਸੋ ਤੁਹਾਨੂੰ ਉਹ ਟਰੱਕ ਜਿਹੜੇ ਉਹ ਵੇਚਣੇ ਪੈਣਗੇ ਟੂ ਸਮਬਡੀ ਐਲਸ, ਡਿਫਰੈਂਟ ਪਰਸਨ ਨੂੰ,
ਤੇ ਉਹ ਜਾ ਕੇ ਉਹ ਟਰੱਕਾਂ ਨੂੰ ਆਪਣੀ ਕੰਪਨੀ ਦੇ ਵਿੱਚ ਐਡ ਕਰ ਸਕਦਾ, ਨਾ ਕਿ ਤੁਸੀਂ ਡਾਇਰੈਕਟਲੀ ਉਸ ਟਰੱਕਾਂ ਨੂੰ ਦੁਬਾਰਾ ਨਵੀਂ ਕੰਪਨੀ ਖੋਲ ਕੇ ਐਡ ਕਰ ਸਕਦੇ। ਸੋ ਉਹ ਵੀ ਇੱਕ ਟਰੈਪ ਜਿਹੜਾ ਹੈਗਾ ਉਹ ਮਤਲਬ ਕਿ ਹੁਣ ਚੱਲ ਪਿਆ ਹੈਗਾ, ਜਿਹਦੇ ਵਿੱਚ ਕਿ ਜਿਹੜੀਆਂ ਰਜਿਸਟ੍ਰੇਸ਼ਨ ਆ ਉਹ ਅਟੈਚ ਹੋ ਜਾਂਦੀਆਂ ਆ ਕੰਪਨੀ ਦੇ ਨਾਲ। ਸੋ ਬੇਸਿਕਲੀ ਕਾਈਂਡ ਆਫ ਲੂਪ ਹੋਲ ਬੰਦ ਕਰਨ ਦੀਆਂ ਕੋਸ਼ਿਸ਼ਾਂ ਨੇ, ਰਾਈਟ? ਸੋ ਵੱਖ-ਵੱਖ ਲੂਪ ਹੋਲਸ ਜਿਹੜੇ ਸੀਗੇ ਉਹ ਬੰਦ ਕਰਨ ਦੀ ਕੋਸ਼ਿਸ਼ ਆ ਫਿਰ। ਹਾਂਜੀ ਹਾਂਜੀ, ਕੈਲੀਫੋਰਨੀਆ ਦੇ ਵਿੱਚ ਵੀ ਇਹ ਬੜਾ ਕੁਝ ਚੱਲਦਾ ਸੀਗਾ, ਜਦੋਂ ਪਹਿਲਾਂ ਕੰਪਨੀਆਂ ਬੰਦ ਹੋ ਜਾਂਦੀਆਂ ਸੀਗੀਆਂ ਤੇ ਕੰਪਨੀ ਦੁਆਰਾ ਖੋਲ ਕੇ ਚੱਲ ਪੈਂਦਾ ਸੀ ਕੰਮ। ਤੇ ਪਰ ਉਹ ਜਿਹੜਾ ਆ ਹੁਣ ਥੋੜਾ ਜਿਹਾ ਉਹਦੇ ਤੇ ਕੰਟਰੋਲ ਹੋਇਆ ਤਾਂ ਕਿ ਇਹ ਚੀਜ਼ਾਂ ਇਹਨਾਂ ਤੇ ਕੰਟਰੋਲ ਪਾਇਆ ਜਾ ਸਕੇ। ਤੇ ਹਰਜੋਤ ਸਿੰਘ ਜੀ, ਇਸੇ ਦੇ ਬਾਬਤ ਜਿਹੜੀ ਇੱਕ ਆਈ ਥਿੰਕ ਕੈਮੇਲੀਅਨ ਟਰੱਕਿੰਗ ਇਸ ਚੀਜ਼ ਨੂੰ ਪੂਰੇ ਨੂੰ ਆਖ ਦਿੱਤਾ ਜਾਂਦਾ ਆ, ਤੇ ਕੀ ਇੰਸ਼ੋਰੈਂਸ ਵਾਲਿਆਂ ਦਾ ਵੀ ਕੋਈ ਇਸ ਦੇ ਉੱਤੇ ਕੋਈ ਵੱਖਰਾ ਰਵੱਈਆ ਜਾਂ ਵੱਖਰਾ ਰੁਖ ਹੁੰਦਾ ਆ, ਜੇ ਤੁਸੀਂ ਉਸ ਪੱਖ ਤੋਂ ਦੱਸਣਾ ਚਾਹੋ ਤਾਂ? ਬਿਲਕੁਲ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕੈਮਲੀਅਨ ਕੈਰੀਅਰ ਦਾ, ਪਰ ਪ੍ਰੋਬਲਮ ਇਹ ਹੈ ਵੀ ਜਿਹੜੇ ਬੰਦੇ ਨੇ ਧੱਕੇ ਹੀ ਆ ਹੇਰਾਫੇਰੀ ਕਰਨੀ ਆ, ਉਹਨੂੰ ਕੁਛ ਨਾ ਕੁਛ ਜਿਹੜਾ ਸੋਲੂਸ਼ਨ ਲੱਭ ਲੈਣਾ ਹੈਗਾ।